ਕੋਈ ਪ੍ਰੋਬਲਮ ਸਰ ਨਹੀਂ। ਫੋਨ ਚੱਕ ਲਿਆ ਉਹ ਇੰਪੋਰਟੈਂਟ ਹੁੰਦਾ। ਇੱਕ ਦੋ ਵਾਰ ਮੈਂ ਕੀਤਾ, ਬਹੁਤ ਇੰਪੋਰਟੈਂਟ ਫੋਨ ਸੀਗਾ, ਚੰਡੀਗੜ੍ਹੋਂ ਆ ਰਿਹਾ ਸੀ ਕਾਲ। ਨਹੀਂ ਉਲਝਾਉਣ ਵਾਲੀ ਨਹੀਂ ਸੀਗੀ। ਚੰਡੀਗੜ੍ਹ ਵਾਲੇ ਮੈਨੂੰ ਉਲਝਾਉਂਦੇ ਨਹੀਂ ਆ। ਨਹੀਂ ਉਹ ਸੁਣ ਤਾਂ ਲਓ ਸਰ, ਚੰਡੀਗੜ੍ਹੋਂ ਹੀ ਹੋਣੀ ਸੀਗੀ, ਉਹ ਲਾਈਵ ਤੇ ਲੈਣੇ ਚੰਡੀਗੜ੍ਹੋਂ ਲਾਈਵ ਪਤਾ ਤੁਹਾਡੇ ਨਾਲ ਪਹਿਲਾਂ ਗੱਲ ਹੋਈ ਸੀ ਸਰ, ਗੱਲ ਹੋਣ ਤੋਂ ਬਾਅਦ ਤੁਹਾਡਾ ਮੈਂ ਕਿਹਾ ਸਪੈਸ਼ਲ ਮੈਂ ਮਿਲ ਕੇ ਗਏ ਕਿ ਮਨਵੀਰ ਤੂੰ ਕੀ ਕਹਿੰਦਾ? ਮੈਂ ਕਿਹਾ ਘਰ ਦੇ ਬੰਦਿਆਂ ਨੂੰ ਪਿਆ ਉਹਦੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਅੱਜ ਆਪਾਂ ਇਸ ਕਰਕੇ ਇਕੱਠੇ ਹੋਏ ਹਾਂ ਕਿ ਜਿਹੜੀਆਂ ਪਰਸੋਂ ਕੈਬਨਿਟ ਨੇ 2 MLAs ਦੇ ਬੇਟਿਆਂ ਨੂੰ ਜਿਹੜੀ ਆ ਨੌਕਰੀ ਦਿੱਤੀ ਆ। ਬਦਕਿਸਮਤੀ ਇਹ ਆ ਕਿ ਸਾਡੇ ਕੋ ਕਿੰਨੀਆਂ ਹੀ ਚਾਹੇ ਉਹ ਸਾਡੇ ਦੇਸ਼ ਦੀ ਸੇਵਾ ਕਰਕੇ ਉਹਨਾਂ ਦੀ ਜਾਨ ਚਲੇ ਗਈ, ਚਾਹੇ ਇਹੋ ਜਿਹੇ ਹੋਰ ਅਫੈਕਟਡ ਬੰਦੇ ਹੈਗੇ ਆ, ਅਸੀਂ ਉਹਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਅਸੀਂ ਇਹੋ ਜਿਹੇ ਪੈਰਾਮੀਟਰ ਚੁਣੇ ਆ ਕਿ ਜਿਹੜੇ ਮੇਰਾ ਖਿਆਲ ਹੈ ਕਿ ਹੁਣ ਤਾਂ ਮੈਨੂੰ ਇਹ ਵੀ ਨਹੀਂ ਸਮਝ ਆ ਰਹੀ ਕਿ ਪੈਰਾਮੀਟਰ ਕਿਸ ਪੈਰਾਮੀਟਰ ਤੇ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਂਦੀ ਹੈ। ਔਰ ਉਸ ਕੈਬਨਿਟ ਦੇ ਵਿੱਚ 5 ਮੰਤਰੀ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਅਪੋਜ਼ ਕੀਤਾ, ਕਿਉਂਕਿ ਜਿੱਥੇ ਗਰਾਊਂਡ ਰਿਐਲਿਟੀ ਦੀ ਗੱਲ ਹੈ ਉੱਥੇ ਸਰਕਾਰ ਦੀ ਪਰਸੈਪਸ਼ਨ ਦੀ ਵੀ ਗੱਲ ਹੈ। ਤੇ ਇਹੋ ਜਿਹੀਆਂ ਨੌਕਰੀਆਂ ਦੇ ਕੇ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਵੀ ਅਸੀਂ ਕੀ ਪਰਸੈਪਸ਼ਨ ਕ੍ਰੀਏਟ ਕਰਨਾ ਚਾਹੁੰਦੇ ਆ। ਅੱਛਾ, ਮੈਂ ਹਮੇਸ਼ਾ ਇੱਕ ਗੱਲ ਤੇ ਕਹਿਣਾ ਹੁੰਨਾ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਕਪੈਸਿਟੀ ਹੈਗੀ ਆ, ਐਡਮਿਨਿਸਟ੍ਰੇਟਿਵ ਐਬਿਲਿਟੀ ਹੈਗੀ ਆ, 5 ਮਿਨਿਸਟਰਸ ਦੇ ਅਪੋਜ਼ ਕਰਨ ਦੇ ਬਾਵਜੂਦ ਵੀ ਇਸ ਗੱਲ ਤੇ ਸੁਹਿਰਦ ਰਹਿਣਾ ਵੀ ਮੈਂ ਤਾਂ ਇਹ 2 MLAs ਨੂੰ ਜਿਹੜਾ ਆ ਉਹ ਆਪਣੇ ਧੜੇ ਦੇ ਨਾਲ ਰੱਖਣਾ। ਅੱਛਾ, ਬੇਸਿਕਲੀ ਮੈਨੂੰ ਤਾਂ ਐਂ ਲੱਗਦਾ ਇਹ ਹਾਰਸ ਟ੍ਰੇਡਿੰਗ ਨਹੀਂ ਤਾਂ ਹੋਰ ਕੀ ਹੈ। ਅਨਫੋਰਚੂਨੇਟ ਕਿ ਅਸੀਂ ਇਹੋ ਜੀ ਸੋਚ, ਔਰ ਮੈਂ ਉਹਦੇ ਨਾਲ ਨਾਲ ਮੀਡੀਆ ਨੂੰ ਵੀ ਰਿਕੁਐਸਟ ਕਰੂੰਗਾ ਕਿਉਂਕਿ ਇਹ ਲੜਾਈ ਨਵਜੋਤ ਸਿੰਘ ਸਿੱਧੂ ਦੀ ਤੇ ਕੈਪਟਨ ਅਮਰਿੰਦਰ ਸਿੰਘ ਦੀ, ਇਹ ਲੜਾਈ ਇਸ਼ੂਜ਼ ਦੀ ਲੜਾਈ ਹੈਗੀ ਆ। ਹੌਲੀ ਹੌਲੀ ਪਰਸੈਪਸ਼ਨ ਕੀ ਕ੍ਰੀਏਟ ਹੋ ਗਈ ਕਿ ਇਹ 2 ਪਰਸਨੈਲਿਟੀਜ਼ ਜਿਹੜੀਆਂ ਲੜ ਰਹੀਆਂ, ਪਰਸਨੈਲਿਟੀਜ਼ ਨਹੀਂ ਲੜ ਰਹੀਆਂ, ਕੋਈ ਧੜਾ ਨਹੀਂ ਹੈ ਕਾਂਗਰਸ ਦੇ ਵਿੱਚ। ਕਿਉਂਕਿ ਤੁਸੀਂ ਮੈਨੂੰ ਪਤਾ ਕੁਐਸਚਨ ਇਹ ਕਰਨਾ ਵੀ ਉਹ ਧੜੇ ਹੋ ਗਏ ਜੀ, ਇੱਦਾਂ ਹੋ ਗਿਆ ਜੀ, ਇੱਦਾਂ ਹੋ ਗਿਆ, ਇਹ ਇੱਕ ਕ੍ਰੀਏਸ਼ਨ ਹੈ। ਮੈਂ ਤਾਂ ਹਮੇਸ਼ਾ ਇੱਕ ਲੌਜਿਕ ਦੀ ਗੱਲ ਕੀਤੀ ਆ, ਹਮੇਸ਼ਾ ਇੱਕ ਉਹਨਾਂ ਚੀਜ਼ਾਂ ਦੀ ਗੱਲ ਕੀਤੀ ਆ ਜਿਹੜੀਆਂ ਸਾਡੇ ਸਮਾਜ ਨਾਲ ਜੁੜੀਆਂ ਹੋਈਆਂ ਹੁੰਦੀਆਂ ਤੇ ਸਾਡੇ ਸਮਾਜ ਨੂੰ ਉਹਨਾਂ ਦੀ ਜ਼ਰੂਰਤ ਹੁੰਦੀ ਆ। ਕਿਉਂਕਿ ਬਹੁਤੇ ਪੱਤਰਕਾਰ ਕਈ ਵਾਰੀ ਮੈਨੂੰ ਇਹ ਵੀ ਕਹਿੰਦੇ ਆ, ਸਵਾਲ ਪੁੱਛਦੇ ਆ ਵੀ ਹਾਂ ਵੀ ਇਹ ਲਾਸਟ ਜਦੋਂ 6 ਮਹੀਨੇ 8 ਮਹੀਨੇ ਰਹਿ ਜਾਂਦੇ ਆ, ਪਰ ਮੈਂ ਤੁਹਾਡੀ ਜਾਣਕਾਰੀ ਲਈ ਕਈ ਵਾਰੀ ਆਪਾਂ ਰਿਫਰੈਸ਼ ਕਰਨਾ ਹੁੰਦਾ। ਮੈਂ ਅੱਜ ਤੋਂ 1.5 ਸਾਲ ਪਹਿਲਾਂ, ਪੌਣੇ 2 ਸਾਲ ਪਹਿਲਾਂ 2019 ਦਸੰਬਰ ਦੇ ਵਿੱਚ ਪਹਿਲੀ ਚਿੱਠੀ ਲਿਖੀ ਸੀ, ਲੇਕਿਨ ਉਦੋਂ ਪਹਿਲਾਂ ਮੈਂ ਹਮੇਸ਼ਾ ਅੰਦਰ ਵੜ ਕੇ, ਕਿਉਂਕਿ ਮੈਨੂੰ ਪਤਾ ਵੀ ਪ੍ਰੋਟੋਕਾਲ ਨੂੰ ਫੋਲੋ ਕਰਨਾ ਹੁੰਦਾ, ਅੰਦਰ ਵੜ ਕੇ, ਜਦੋਂ ਅੰਦਰ ਵੜ ਕੇ ਨਹੀਂ ਸੁਣੀ ਗਈ ਤਾਂ ਫਿਰ ਮੈਂ ਈਵਨ ਕਿ ਉਹਦੀ ਕਾਪੀ ਜਿਹੜੀ ਸੀ ਉਹ ਮਿਸਿਸ ਸੋਨੀਆ ਗਾਂਧੀ ਨੂੰ ਔਰ ਸਾਡੇ ਜਾਖੜ ਸਾਹਿਬ ਨੂੰ ਜਿਹੜੀ ਆ ਉਹ ਭੇਜੀ, ਔਰ ਉਹਦੇ ਤੋਂ ਬਾਅਦ ਵੀ ਬੇਸਿਕਲੀ ਬੁਲਾਇਆ ਵੀ ਗਿਆ, ਡਿਸਕਸ ਵੀ ਕੀਤਾ ਗਿਆ, ਲੇਕਿਨ ਪਰਨਾਲਾ ਉੱਥੇ ਦਾ ਉੱਥੇ ਹੀ। ਤੇ ਕਿਉਂਕਿ ਇਹ ਤਾਂ ਹੈ ਨਹੀਂਗਾ ਕਿ ਹਾਂ ਵੀ ਆਪਾਂ ਉਹ ਇਸ਼ੂ ਡ੍ਰੌਪ ਕਰ ਦਈਏ। ਔਰ ਆ ਜਿਹੜਾ ਕੱਲ੍ਹ ਹੋਇਆ ਜਾਂ ਪਰਸੋਂ ਹੋਇਆ, ਇਹ ਤਾਂ ਅਸਲੀ ਗੱਲ ਹੈ ਵੀ ਉਹ ਜਿਹੜੇ 5 ਮਿਨਿਸਟਰਸ ਹੈ ਉਹਨਾਂ ਦੇ ਅਪੋਜ਼ ਕਰਨ ਦੇ ਬਾਵਜੂਦ ਵੀ, ਔਰ ਸਾਡੇ PCC ਪ੍ਰਧਾਨ ਸਾਹਿਬ ਨੇ ਵੀ ਇਹਨੂੰ ਅਪੋਜ਼ ਕੀਤਾ, ਸਾਡੇ ਹੋਰ MLAs ਨੂੰ ਵੀ ਅਪੋਜ਼ ਕੀਤਾ। ਕੈਪਟਨ ਅਮਰਿੰਦਰ ਸਿੰਘ ਜੀ, ਆਪਾਂ ਕੀ ਪਰਸੈਪਸ਼ਨ ਕ੍ਰੀਏਟ ਕਰ ਰਹੇ ਹਾਂ? ਆਪਾਂ ਪਾਰਟੀ ਦੀ ਗੱਲ ਤੇ ਆਪਾਂ ਸਰਕਾਰ ਦੀ ਗੱਲ, ਕਿਉਂਕਿ ਸਰਕਾਰ ਦੇ ਵਿੱਚ ਫੇਅਰਨੈਸ ਜਿਹੜੀ ਆ, ਔਰ ਜਦੋਂ ਇਹਦਾ ਮਤਲਬ ਇਹ ਹੋਇਆ ਕਿ ਜਿੱਥੇ ਤੁਹਾਡੀ ਵਿਲ ਹੈ
ਜਿੱਥੇ ਤੁਹਾਡੀ ਵਿਲ ਹੈ ਉੱਥੇ ਭਾਵੇਂ 5 ਮੰਤਰੀ ਵੀ ਅਪੋਜ਼ ਕਰਦੇ ਹੋਣ, ਤੁਸੀਂ ਕੰਮ ਕਰਨਾ ਜ਼ਰੂਰ ਆ। ਮੈਂ ਤਾਂ ਇਸ ਗੱਲ ਲਈ ਕਿਉਂਕਿ ਮੈਨੂੰ ਪਤਾ ਕਿ ਇਸ ਇਨਸਾਨ ਦੀ ਕਪੈਸਿਟੀ ਹੈਗੀ ਆ, ਲੇਕਿਨ ਜਿਹੜੇ ਬਾਕੀ ਇਸ਼ੂਜ਼ ਹੈ ਆਪਾਂ ਉਹਦੇ ਤੇ ਕੀ ਕਰਦੇ ਆ। ਸੋ ਇਸ ਕਰਕੇ ਇਹਨੂੰ ਵਿਡਰਾਅ ਕੀਤਾ ਜਾਵੇ, ਔਰ ਕਿਉਂਕਿ ਇਹ ਤਰਸ ਵਾਲਾ ਆਧਾਰ ਬਿਲਕੁਲ ਹੈ ਨਹੀਂਗਾ, ਇਹ ਬਿਲਕੁਲ ਪਿਓਰਲੀ ਇੱਕ ਇਹੋ ਜਿਹੀ ਕ੍ਰੀਏਸ਼ਨ ਹੋ ਰਹੀ ਆ ਵੀ ਜਿਹਦੇ ਵਿੱਚ ਦੋ ਧੜਿਆਂ ਦੀ, ਮੈਂ ਬਾਰ-ਬਾਰ ਤੁਹਾਨੂੰ ਵੀ ਇਹ ਬੇਨਤੀ ਕਰਦਾ, ਆਪਾਂ ਧੜਿਆਂ ਦੀ ਗੱਲ ਨਾ ਕਰੀਏ। ਆਪਣੇ ਬੱਚਿਆਂ ਨੇ ਵੀ ਇੱਥੇ ਰਹਿਣਾ, ਆਪਾਂ ਵੀ ਇੱਥੇ ਰਹਿਣਾ, ਆਪਾਂ ਇਸ ਸਮਾਜ ਦੇ ਵਿੱਚ ਰਹਿਣਾ, ਕਿਉਂਕਿ ਬਹੁਤ ਇੰਪੋਰਟੈਂਟ ਥੰਮ ਹੈ ਜਿਹੜਾ ਡੈਮੋਕ੍ਰੇਸੀ ਦਾ ਚੌਥਾ ਥੰਮ। ਜਦੋਂ ਤਿੰਨੇ ਫੇਲ ਹੋ ਜਾਂਦੇ ਆ ਤੇ ਉਦੋਂ ਚੌਥਾ ਜਿਹੜਾ ਆ ਉਹ ਕੰਮ ਆਉਂਦਾ। ਕਿਉਂਕਿ ਅੱਜ ਪੋਲੀਟੀਕਲ ਬੰਦੇ ਦੀ ਜਿਹੜੀ ਇਮੇਜ ਆ ਉਹ ਮੈਨੂੰ ਲੱਗਦਾ ਲੋਐਸਟ ਐਬ ਤੇ ਆ। ਉਹਦੇ ਬਾਵਜੂਦ ਵੀ ਅਸੀਂ ਇਹੋ ਜਿਹੀਆਂ ਗਲਤੀਆਂ ਕਰਕੇ ਇਹੋ ਜਿਹੀ ਪਰਸੈਪਸ਼ਨ ਹਜੇ ਦੁਆਬੇ ਦੇ ਵਿੱਚ ਤਾਂ ਕੰਪੈਰੇਟਿਵਲੀ ਘੱਟ ਆ, ਤੇ ਮਾਲਵੇ ਦੇ ਵਿੱਚ ਬਹੁਤੇ ਪਿੰਡਾਂ ਦੇ ਵਿੱਚ ਬੋਰਡ ਲੱਗ ਗਿਆ ਵੀ ਇੱਥੇ ਪੋਲੀਟੀਕਲ ਬੰਦਾ ਵੜਨਾ ਨਹੀਂ ਚਾਹੀਦਾ। ਤੇ ਫਿਰ ਅਸੀਂ ਇਹ ਕਿਓਸ ਵੱਲ ਨੂੰ ਕਿਉਂ ਤੁਰੇ ਜਾ ਰਹੇ ਹਾਂ, ਕਿਓਸ ਕਿਉਂ ਕ੍ਰੀਏਟ ਕਰ ਰਹੇ ਹਾਂ। ਸੋ ਇਸ ਕਰਕੇ ਮੇਰੀ ਤਾਂ ਇਹਨਾਂ ਨੂੰ ਬੇਨਤੀ ਆ, ਔਰ ਜਿਹੜੇ ਬਾਕੀ ਸਾਡੇ ਮਿਨਿਸਟਰਸ ਵੀ ਆ, ਕਿਉਂਕਿ ਜਿੱਥੇ ਐਕਚੁਅਲੀ ਮੇਰੀ ਪ੍ਰੋਬਲਮ ਹੀ ਉੱਥੇ ਆ ਕਿ ਆਪਾਂ ਡੈਮੋਕ੍ਰੇਸੀ ਦੇ ਵਿੱਚ ਡਿਸਕਸ ਕਰਨੋਂ ਹਟ ਗਏ, ਇੰਟਰਨਲ ਡੈਮੋਕ੍ਰੇਸੀ ਹਟ ਗਈ। ਜਿੱਥੇ ਸਾਡੇ ਇਸ਼ੂ ਬਹੁਤ ਚੰਗੇ ਇਸ਼ੂ ਵੀ ਸੀਗੇ, ਏਸੀ ਕੈਬਨਿਟ ਦੇ ਵਿੱਚ ਸਾਡੇ ਜੰਡਿਆਲੇ ਦਾ ਬਹੁਤ ਸਾਲਾਂ ਤੋਂ ਬੰਦ ਪਿਆ ਕਾਲਜ, ਗੁਰੂ ਗੋਬਿੰਦ ਸਿੰਘ ਕਾਲਜ, ਜਿਹੜਾ ਕਿਸੇ ਟਾਈਮ ਸਰਦਾਰ ਦਰਬਾਰਾ ਸਿੰਘ ਹੋਣੀ ਐਸਟੈਬਲਿਸ਼ ਕੀਤਾ ਸੀ, ਜਿਹੜੇ ਚੀਫ ਮਿਨਿਸਟਰ ਸੀ, ਉਹ ਵੀ ਰਿਵਾਈਵ ਹੋਇਆ। ਲੇਕਿਨ ਅੱਜ ਅਸਲੀ ਗੱਲ ਹੈ, ਮੈਂ ਆਪਣੇ ਹਲਕੇ ਲਈ ਜਿੱਥੇ ਧੰਨਵਾਦ ਕਰਨਾ ਸੀ, ਜਿੱਥੇ ਮੈਨੂੰ ਖੁਸ਼ੀ ਹੋਣੀ ਸੀ, ਉੱਥੇ ਪਰਸੈਪਸ਼ਨ ਕੀ ਕ੍ਰੀਏਟ ਹੋ ਗਈ। ਕਿਉਂਕਿ ਮੇਰੇ ਹਲਕੇ ਲਈ ਮੇਰਾ ਖਿਆਲ ਹੈ ਕਿ ਕਾਲਜ ਦਾ ਰੀਸਟੈਬਲਿਸ਼ ਹੋਣਾ, ਕਿਉਂਕਿ ਕੌਂਸਟੀਚੁਐਂਟ ਕਾਲਜ ਜਿਹੜਾ ਆ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਹ, ਕਿਉਂਕਿ ਕੱਲ ਪਰਸੋਂ ਵਾਲੀ ਕੈਬਨਿਟ 'ਚ ਹੋ ਗਿਆ, ਲੇਕਿਨ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਇਸ ਗੱਲ ਦਾ ਪਤਾ ਹੋਵੇ, ਜਿਹਦੇ ਲਈ ਮੇਰਾ ਖਿਆਲ ਹੈ ਪਿਛਲੇ ਕਾਫੀ ਸਾਲਾਂ ਤੋਂ ਮਿਹਨਤ ਕਰ ਰਿਹਾ ਸੀ ਵੀ ਯਾਰ, ਕਿਉਂਕਿ ਆਲੇ ਦੁਆਲੇ 20-25 ਕਿਲੋਮੀਟਰ 'ਚ ਸਾਡੇ ਬੱਚਿਆਂ ਲਈ ਕੋਈ ਕਾਲਜ ਨਹੀਂ ਹੈਗਾ। ਲੇਕਿਨ ਉਹ ਗੱਲ ਦੱਬੀ ਇਸ ਕਰਕੇ ਗਈ ਕਿਉਂਕਿ ਆਪਾਂ ਦੋ ਵਿਧਾਇਕ ਜਿਹੜੇ ਮੈਨੂੰ ਨਹੀਂ, ਹੁਣ ਮੈਨੂੰ ਲੱਗਦਾ ਕੈਮਰੇ ਤੇ ਕਹਿਣ ਲਈ ਉਹ ਸ਼ਾਇਦ ਲਫ਼ਜ਼ ਵੀ ਨਹੀਂ ਹੈਗੇ ਵੀ ਹੁਣ ਅਸੀਂ ਕਿਹੜੇ ਪੈਰਾਮੀਟਰ ਨਾਲ ਕੀ ਕਹੀਏ ਵੀ ਜਿਹੜਾ ਤਰਸ ਦਾ ਆਧਾਰ ਆ ਉਹ ਕਿੱਥੇ ਨਿਸ਼ਚਿਤ ਹੁੰਦਾ। ਕਿਉਂਕਿ ਇੰਨੇ ਗਰੀਬ ਲੋਕਾਂ ਨੂੰ ਮੇਰਾ ਖਿਆਲ ਹੈ WhatsApp ਤੇ 2-3 ਚਿੱਠੀਆਂ ਆਈਆਂ, ਜਿਹੜਾ ਕਿਸੇ ਮਦਰ ਵੱਲੋਂ ਆ ਕਿ ਉਹਦੇ ਬੇਟੇ ਦੀ ਸ਼ਹਾਦਤ ਹੋ ਗਈ ਸੀ, ਔਰ ਇਹ ਜਿਹੜਾ ਸਾਡਾ ਡਿਪਾਰਟਮੈਂਟ ਹੈ ਉਹਨਾਂ ਨੇ ਕਹਿ ਦਿੱਤਾ ਵੀ ਨਹੀਂ, ਇਹਨੂੰ ਤਰਸ ਦੇ ਆਧਾਰ ਤੇ ਨੌਕਰੀ ਨਹੀਂ ਦਿੱਤੀ ਜਾ ਸਕਦੀ। ਜੇ ਮੈਨੂੰ ਲੱਗਦਾ ਕਿ ਉਹ ਸੈਕਰੀਫਾਈਸ ਕਰਨ ਵਾਲੇ ਪਰਿਵਾਰ, ਈਵਨ ਟੈਰੋਰਿਜ਼ਮ ਦੇ ਟਾਈਮ ਵੀ ਜਿੰਨੇ ਪੁਲਿਸ ਵਾਲਿਆਂ ਦੇ ਪਰਿਵਾਰ ਮਰੇ ਆ ਜਾਂ ਜਿੰਨੇ ਹੋਰ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਆ, ਆਪਾਂ ਉਹਨਾਂ ਲੋਕਾਂ ਨੂੰ ਕਿਉਂ ਭੁੱਲ ਜਾਂਦੇ ਆ। ਆਪਾਂ ਆ ਜਿਹੜਾ ਸਾਡਾ ਕਿਸਾਨੀ ਦਾ ਮੋਰਚਾ ਲੱਗਾ ਹੈ ਉਹਦੇ ਵਿੱਚ ਲਗਭਗ 450 ਜਿਹੜੇ ਆ ਨੌਜਵਾਨ ਬਜ਼ੁਰਗ ਕਿਸਾਨਾਂ ਨੇ ਸ਼ਹੀਦੀ ਪਾਈ ਆ। ਆਪਾਂ ਉਹਨਾਂ ਦੇ ਪਰਿਵਾਰਾਂ ਨੂੰ, ਕਿਉਂਕਿ ਜੇ 10,000 ਬੰਦਾ ਪੁਲਿਸ ਦੇ ਵਿੱਚ ਅਸੀਂ ਭਰਤੀ ਕਰਨ ਲੱਗੇ ਆ, ਆਪਾਂ ਕਿਉਂ ਨਹੀਂ ਸਪੈਸ਼ਲ ਕੋਟਾ ਉਹਦੇ ਕ੍ਰੀਏਟ ਕਰਕੇ ਉਹਨਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਆਪਾਂ ਸਪੋਰਟ ਕਰੀਏ। ਉਹ ਕਿਉਂ ਉੱਥੇ ਬੈਠੇ ਸੀਗੇ? ਕਿਉਂਕਿ ਜੇ ਦਿੱਲੀ ਵਾਲੀ ਸਰਕਾਰ ਨੇ, BJP ਸਰਕਾਰ ਨੇ ਉਹ 3 ਕਾਨੂੰਨ ਲਿਆ ਕੇ ਉਹਨਾਂ ਦੇ ਗਲ ਦੇ ਵਿੱਚ ਗੂਠਾ ਦਿੱਤਾ, ਕਮ ਸੇ ਕਮ ਆਪਾਂ ਤਾਂ ਕਿਤੇ ਰਾਹਤ ਦੇ ਦਈਏ। ਸੋ ਇਸ ਕਰਕੇ ਇਹ ਵਿਡਰਾਅ ਕਰੋ। ਇਹਦੇ ਰਿਪਰਕਸ਼ਨਸ ਬੜੇ ਸਰਕਾਰ ਲਈ ਵੀ ਮਾੜੇ ਹੋਣਗੇ ਔਰ ਕਾਂਗਰਸ ਪਾਰਟੀ ਲਈ ਵੀ ਬਹੁਤ ਮਾੜੇ ਹੋਣਗੇ। ਥੈਂਕ ਯੂ। ਪਿਛਲੇ ਕੁਝ 15 ਦਿਨ ਤੋਂ ਮਤਲਬ ਫਲੱਡ ਹੀ ਆਇਆ ਹੋਇਆ, ਇੰਨੇ ਜ਼ਿਆਦਾ ਹੋਰਡਿੰਗਸ ਤੁਹਾਡੇ ਕੈਂਟ ਹਲਕੇ 'ਚ ਜ਼ਿਆਦਾ ਲੱਗੀਆਂ। ਕਾਹਦੇ ਬੋਰਡ? ਇਲੈਕਸ਼ਨ ਆ ਰਹੇ ਨੇ ਨਾ ਜੀ, ਬਹੁਤ ਸਾਰੇ ਲੋਕ ਜਿਹੜੇ ਨੇ। ਇਹ ਅਸਲੀ ਗੱਲ ਹੈ, ਜਦੋਂ ਕਿਤੇ ਬਾਰਿਸ਼ ਹੁੰਦੀ ਹੈ ਨਾ, ਭੁੱਬੱਕੜ ਨਿਕਲਦੇ ਹੁੰਦੇ ਆ, ਤੇ ਉਹ ਉਹਨਾਂ ਦੀ ਲਾਈਫ ਜਿਹੜੀ ਮੇਰਾ ਖਿਆਲ 1-2 ਮਿੰਟ ਹੀ ਹੁੰਦੀ ਆ, ਕੋਈ ਬਹੁਤੀ ਗੱਲ ਨਹੀਂ ਹੈ। ਮੈਂ ਇਹਨਾਂ ਗੱਲਾਂ ਨੂੰ ਬਹੁਤਾ, ਮੈਂ ਤਾਂ ਈਵਨ ਕਿ ਜਿਹੜੇ ਵੱਡੇ ਬੋਰਡ ਵੀ ਲੱਗਦੇ ਆ ਨਾ, ਮੈਂ ਤਾਂ ਉਹਨਾਂ ਤੇ ਵੀ ਕਦੀ ਧਿਆਨ ਨਹੀਂ ਦਿੱਤਾ। ਇਹਨਾਂ ਦਾ ਕੋਈ ਮਾਇਨਾ ਨਹੀਂ। ਪ੍ਰਗਟ ਜੀ, ਇਹ ਦੱਸੋ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ 3 ਦਿਨ ਤੋਂ ਲਗਾਤਾਰ ਹੁਣ ਉਹ ਆਪਣੇ ਲੀਡਰਾਂ ਨੂੰ ਮਿਲਣਾ ਸ਼ੁਰੂ ਕਰਤਾ, ਔਰ 4.5 ਸਾਲ ਬਿਲਕੁਲ ਉਹ ਨਿਕਲੇ ਨਹੀਂ ਬਾਹਰ, ਜੋ ਸਾਰੇ ਕਾਂਗਰਸੀਆਂ ਦਾ, ਜੋ ਵਿਰੋਧੀ ਦਲਾਂ ਦਾ ਕਹਿਣਾ। ਇਹ ਕੀ ਚੱਕਰ ਕੀ ਹੈ 3 ਦਿਨਾਂ 'ਚ ਕੀ ਹੋਇਆ 72 ਘੰਟੇ 'ਚ? ਦੇਖੋ, ਪਰਸੈਪਸ਼ਨ ਕੀ ਕ੍ਰੀਏਟ ਹੋਈ ਆ ਕਿ ਇਹ ਸ਼ਾਇਦ 2 ਪਰਸਨੈਲਿਟੀਜ਼ ਦੀ ਲੜਾਈ ਹੈ।
ਐਕਚੁਅਲੀ ਪਰਸਨੈਲਿਟੀਜ਼ ਦੀ ਲੜਾਈ ਨਹੀਂ ਹੈਗੀ, ਕੋਈ ਧੜਾ ਨਹੀਂ ਹੈਗਾ। ਹੁਣ ਮੈਂ ਕਦੀ ਜ਼ਿੰਦਗੀ 'ਚ ਧੜਾ ਹੀ ਨਹੀਂ ਬਣਾਇਆ, ਈਵਨ ਨਵਜੋਤ ਸਿੱਧੂ ਨੇ ਕੋਈ ਧੜਾ ਨਹੀਂ ਬਣਾਇਆ। ਮੈਨੂੰ ਇਹ ਕਈ ਵਾਰੀ ਕਹਿ ਦਿੰਦੇ ਕਿ ਹਾਂ ਤੂੰ ਨਵਜੋਤ ਸਿੱਧੂ ਨਾਲ ਮੇਰਾ ਦੋਸਤ ਹੈਗਾ, ਪਰ ਜਿਹੜੀ ਗੱਲ ਉਹ ਨਹੀਂ ਠੀਕ ਕਰਦਾ ਮੈਂ ਉਹਨੂੰ ਵੀ ਕਹਿਣਾ। ਅੱਛਾ, ਇਹਦਾ ਮਤਲਬ ਇਹ ਹੋਇਆ ਵੀ ਅਸੀਂ ਇੰਟਰਨਲ ਡੈਮੋਕ੍ਰੇਸੀ ਅਸੀਂ ਪਾਰਟੀ ਦਾ ਨੁਕਸਾਨ ਵੀ ਕਰ ਰਹੇ ਹਾਂ। ਪਾਰਟੀ ਦਾ ਨੁਕਸਾਨ ਇਸ ਕਰਕੇ ਕਰ ਰਹੇ ਹਾਂ ਵੀ ਉਹ ਫੋਟੋ ਖਿਚਾ ਕੇ ਵੀ ਇਹ ਫਲਾਣੇ ਧੜੇ 'ਚ ਆ, ਫਲਾਣੇ ਧੜੇ 'ਚ ਆ। ਮੈਂ ਤਾਂ ਈਵਨ ਕਿ ਲੀਡਰਸ ਨੂੰ ਵੀ ਰਿਕੁਐਸਟ ਕਰਦਾ, ਆਪਾਂ ਸੀਰੀਅਸ ਇਸ਼ੂ ਹੈ ਇਹ, 3 ਕਰੋੜ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਹਾਂ ਤੇ ਆਪਾਂ ਕਈ ਵਾਰੀ ਇਹ ਸ਼ੋਅ ਕਰਦੇ ਹਾਂ, ਜਾਂ ਉੱਥੇ ਜਾ ਕੇ ਹੋ ਸਕਦਾ ਡਿਸਕਸ਼ਨ ਹੋਰ ਹੀ ਹੋਈ ਹੋਵੇ, ਲੇਕਿਨ ਉਹਦੀ ਪਰਸੈਪਸ਼ਨ ਕੀ ਹੁੰਦੀ ਆ ਕਿ ਇਹ ਧੜਾ ਹੋ ਗਿਆ, ਇਹ ਫਲਾਣੇ ਦਾ ਧੜਾ ਹੋ ਗਿਆ। ਨਹੀਂ, ਇਹ ਕਿਸੇ ਦਾ ਧੜਾ ਨਹੀਂ ਹੈ। ਤੁਸੀਂ ਠੀਕ ਕਰ ਦਿਓ। ਮੈਂ ਤਾਂ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦਾ, ਸਾਡੇ ਚੀਫ ਮਿਨਿਸਟਰ ਆ, ਮੈਂ ਤਾਂ ਕਹਿੰਦਾ ਵੀ ਜਿਹੜੀਆਂ ਚੀਜ਼ਾਂ ਅੱਜ ਤੋਂ 1.5 ਪੌਣੇ 2 ਸਾਲ ਪਹਿਲਾਂ ਚੱਕੀਆਂ ਸੀ, ਜੇ ਤੁਹਾਡੀ ਇੰਨੀ ਵਿਲ ਹੈਗੀ ਆ ਤੇ ਜਿਹੜੇ ਮੈਂ 5-7 ਇਸ਼ੂ ਕਹੇ ਸੀ ਉਹਨਾਂ ਤੇ ਆਪਾਂ ਕੰਮ ਕਰ ਲਈਏ। ਇਹਦਾ ਮਤਲਬ ਆਪਾਂ ਜਿੱਥੇ ਕਿਤੇ ਆਪਣੀ ਵਿਲ ਕੰਮ ਕਰਦੀ ਆ ਉੱਥੇ ਅਸੀਂ ਕਰ ਲੈਂਦੇ ਆ, ਚਾਹੇ 5 ਮਿਨਿਸਟਰਸ ਨੇ ਅਪੋਜ਼ ਕੀਤਾ, ਤੇ ਜਿੱਥੇ ਸਾਡੀ ਵਿਲ ਨਹੀਂ ਹੈਗੀ, ਜਿੱਥੇ ਅਸੀਂ ਨਹੀਂ ਕਰਨਾ, ਉੱਥੇ ਅਸੀਂ ਨਹੀਂ ਕਰਦੇ। ਪ੍ਰਗਟ ਜੀ, ਤੁਸੀਂ ਕੈਪਟਨ ਸਾਹਿਬ ਨੂੰ ਵੀ ਸਲਾਹ ਦਿੰਦੇ ਹੋ, ਸੁਖਬੀਰ ਨੂੰ ਵੀ ਦਿੰਦੇ ਆਏ ਹੋ, ਅੱਜ ਕਹਿ ਰਹੇ ਹੋ ਵੀ ਮੈਂ ਸਿੱਧੂ ਵੀ ਜਿੱਥੇ ਗਲਤ ਹੁੰਦਾ ਉਹਨੂੰ ਸਲਾਹ ਦੇ ਦਿੰਦਾ। ਕਿਆ ਬੀਂਗ ਐਮਐਲਏ ਕੈਂਟ ਆਪਾਂ ਸਾਰਾ ਕੁਝ ਸਹੀ ਕੀਤਾ ਏਰੀਏ ਦੇ ਵਿੱਚ ਜਾਂ ਪੰਜਾਬ ਵਾਸਤੇ? ਮੇਰੀ ਤਾਂ ਜਿੰਨੀ ਕੁ ਮੇਰੀ ਸਮਝ ਹੈਗੀ ਆ, ਮੈਂ ਉਨਾ ਤਾਂ ਠੀਕ ਕਰਦਾ, ਕਿਉਂਕਿ ਜਿੰਨੇ ਕੁ ਪੈਸੇ ਮੇਰੇ ਕੋਲ ਆਉਂਦੇ ਆ, ਜਿੰਨੇ ਕੁ ਪੈਸੇ ਮੈਂ ਲਿਆ ਸਕਦਾ, ਜਿੰਨੇ ਕੁ ਪੈਸੇ ਸਿਸਟਮ 'ਚੋਂ ਆ ਸਕਦੇ ਆ, ਤੇ ਅਲਟੀਮੇਟਲੀ ਕੰਮ ਤਾਂ ਸਿਸਟਮ ਨੇ ਕਰਨਾ, ਮੈਂ ਤਾਂ ਸਿਰਫ ਕੋਆਰਡੀਨੇਟ ਕਰਨ ਵਾਲਾ ਕਿ ਹਾਂ ਵੀ ਐਗਜ਼ੈਕਟਿਵ ਪਾਵਰ ਜਿਹੜੀਆਂ ਐਗਜ਼ੈਕਟਿਵ ਕੋਲ ਹੁੰਦੀਆਂ ਤੇ ਉਹ ਐਗਜ਼ੈਕਟਿਵ ਨੇ ਕੰਮ ਕਰਨੇ ਹੁੰਦੇ ਆ। ਲੇਕਿਨ ਯੈਸ, ਡੈਫੀਨੇਟਲੀ ਜਿੱਥੇ ਮੈਨੂੰ ਲੱਗਦਾ ਕਿ ਹਾਂ ਵੀ ਇੱਥੇ ਗਲਤ ਕੰਮ ਹੋ ਰਿਹਾ, ਉੱਥੇ ਮੈਂ ਡੈਫੀਨੇਟਲੀ ਲੱਤਾਂ ਫਸਾ ਕੇ ਖੜਦਾ। ਸਰ, ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਚੋਂ ਕੈਂਟ ਵਿੱਚ ਸੁਰੇਸ਼ ਕੁਮਾਰ ਜੀ ਜਿਹੜਾ ਪੈਸਾ ਦੇ ਗਏ, ਸਭ ਤੋਂ ਵੱਧ ਅਮਾਉਂਟ ਹੈ। ਇੰਨਾ ਪੈਸਾ ਕਿਸੇ ਹਲਕੇ 'ਚ ਨਹੀਂ ਗਿਆ, ਲੇਕਿਨ ਫਿਰ ਵੀ ਸਾਰੇ ਹਲਕੇ 'ਚ ਤਰਾਹੀ ਹੋਈ ਹੈ ਵੀ ਕੋਈ ਵਿਕਾਸ ਨਹੀਂ ਹੋਇਆ ਸਿਵਾਏ 66 ਫੁੱਟੀ ਰੋਡ ਤੋਂ। ਆਪਾਂ ਟੌਪਿਕ ਹੋਰ ਸ਼ੁਰੂ ਕੀਤਾ ਆ, ਆਪਾਂ ਉਹ ਅਲੱਗ ਮੇਰੇ ਨਾਲ ਕਰ ਲਿਓ ਗੱਲ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਜਿਹੜਾ 11 ਪਿੰਡਾਂ ਦਾ ਸੀਵਰੇਜ ਪੈ ਰਿਹਾ, ਤਰਾਹੀ ਕਾਹਦੀ ਆ? ਮੈਨੂੰ ਇੰਨੀ ਗੱਲ ਸਮਝ ਹੈਗੀ ਆ ਵੀ 161 ਕਰੋੜ ਦੇ ਕੰਮ ਹੋ ਰਹੇ ਆ, ਔਰ ਜਿਹੜਾ ਸਾਡਾ ਬੈਸਟ ਐਕਸੀਅਨ ਹੈਗਾ ਉਹਦਾ ਨਾਮ ਵਾਸਦੇਵ ਹੈ, ਉਸ ਡਿਪਾਰਟਮੈਂਟ 'ਚੋਂ ਪਤਾ ਕਰ ਲਿਓ। ਉਹਦੀ ਸੁਪਰਵਿਜ਼ਨ ਥੱਲੇ ਹੋ ਰਿਹਾ। ਜਦੋਂ ਵੀ ਸੀਵਰੇਜ ਵਗੈਰਾ ਪੈਂਦੇ ਹੁੰਦੇ ਆ, ਇੱਕ ਜਿਹੜਾ ਗੰਦਾ ਨਾਲਾ ਪੂਰ ਹੋ ਰਿਹਾ, ਕਦੀ ਜਾ ਕੇ ਉੱਥੇ ਦੇਖਿਆ ਤੁਸੀਂ? ਉਹ ਗੰਦਾ ਨਾਲਾ ਜਾ ਕੇ ਦੇਖ ਲਿਆਓ ਵੀ ਜਦੋਂ ਦਾ ਮੈਂ ਜੰਮਿਆ ਉਦੋਂ ਤੋਂ ਵੀ ਪਹਿਲਾਂ ਦਾ ਹੈਗਾ, ਤੇ ਉਹ ਹੁਣ ਪੂਰ ਹੋਣ ਲੱਗਿਆ। ਹੁਣ ਉਹਦੇ ਤੇ ਜਿਹੜਾ ਹੈਗਾ ਲਗਭਗ 70 ਕਰੋੜ ਦਾ ਕੰਮ ਹੋ ਰਿਹਾ। ਸੋ ਇਸ ਕਰਕੇ ਉਹਦੇ ਤੋਂ ਪਹਿਲਾਂ ਜਿਹੜੀ ਮੈਕਡੋਨਲਡ ਰੋਡ ਆ ਉਹ ਕਿਹਨੇ ਬਣਾਈ ਆ? ਉਹਦੇ ਤੋਂ ਪਹਿਲਾਂ ਜਿਹੜਾ ਵੇਸਟ ਮੈਨੇਜਮੈਂਟ ਦਾ ਕੰਮ ਹੈ ਉਹ ਕਿਹਨੇ ਕੀਤਾ? ਹਾਂ, ਮੈਂ ਕਿਤੇ ਗਲੀਆਂ ਨਾਲੀਆਂ 'ਚ ਖੜ ਕੇ ਫੋਟੋਆਂ ਨਹੀਂ ਖਿਚਾਉਂਦਾ। ਮੈਂ ਇਹ ਨਹੀਂ ਕਹਿੰਦਾ ਵੀ ਹਾਂ ਬਈ ਆਹ ਛੋਟਾ ਜਿਹਾ ਕੰਮ ਹੈ, ਇਹਦੇ ਲਈ ਵੀ ਮੈਂ ਰੀਬਨ ਖਿਚਾ ਕੇ, ਮੈਂ ਉਹ ਕੰਮ ਨਹੀਂ ਕਰਦਾ। ਯੈਸ, ਆਈ ਡੂ ਐਗਰੀ। ਇਲਾਕੇ ਦੇ ਲੋਕਾਂ ਵਿੱਚ ਵੀ ਇਹ ਰੋਸ ਹੈ ਕਿ ਪ੍ਰਗਟ ਸਿੰਘ ਜੀ ਸਾਨੂੰ ਮਿਲਦੇ ਹੀ ਨਹੀਂ, ਉਹਨਾਂ ਕਿਸੇ ਵੀ ਕੰਮਾਂ ਦੇ ਲਈ ਵੀ ਨਹੀਂ ਮਿਲਦੇ। ਮੈਂ ਤਾਂ 3 ਦਿਨ ਇੱਥੇ ਰਹਿਣਾ, 4 ਦਿਨ ਇੱਥੇ ਰਹਿਣਾ, 3 ਦਿਨ ਬੇਸਿਕਲੀ ਮੈਂ ਰਹਿਣਾ ਹੈਗਾ ਚੰਡੀਗੜ੍ਹ। ਜਿਹੜੇ ਮੇਰੇ ਪ੍ਰੋਜੈਕਟ ਹੈਗੇ ਆ ਮੈਂ ਉਹਨਾਂ ਦੇ ਮਗਰ ਜਾਂਦਾ। 4 ਦਿਨਾਂ ਦੇ ਵਿੱਚ ਮੇਰਾ ਖਿਆਲ ਹੈ ਵੀ 9 ਤੋਂ ਲੈ ਕੇ ਸਵੇਰੇ 12 ਵਜੇ ਤੱਕ ਮੈਂ ਕਦੀ ਕਿਤੇ ਨਹੀਂ ਜਾਂਦਾ। 12 ਤੋਂ ਲੈ ਕੇ 3 ਵਜੇ ਤੱਕ ਪਿੰਡਾਂ 'ਚ ਜ਼ਰੂਰ ਜਾਂਦਾ। ਮੇਰੇ ਹਲਕੇ ਦੇ, ਕਿਉਂਕਿ ਇਹ ਠੀਕ ਆ, ਹੋ ਸਕਦਾ 2 ਲੱਖ ਬੰਦੇ ਨੂੰ ਮਿਲਣਾ ਪੋਸੀਬਲ ਨਾ ਹੋਵੇ, ਬਟ ਐਟ ਦਾ ਸੇਮ ਟਾਈਮ ਨਜ਼ਦੀਕੀ ਹੀ ਜਿਹੜੇ ਪਿੰਡ ਆ ਉਹਨਾਂ ਦੇ ਵਿੱਚ ਹੀ ਭਾਰੀ ਮਾਤਰਾ ਵਿੱਚ ਨਸ਼ਾ ਵੀ ਵਿਕਦਾ ਪੂਰਾ ਧੜੱਲੇ ਦੇ ਨਾਲ। ਮੈਂ ਤਾਂ ਦੇਖੋ ਗੱਲ ਇਹ ਆ ਕਿ ਆਪਾਂ ਅੱਜ ਟੌਪਿਕ ਕਿਹੜਾ ਹੈਗਾ, ਆਪਣੀ ਕਿੱਥੇ ਪ੍ਰੋਬਲਮ ਕਿੱਥੇ ਆਉਂਦੀ ਆ, ਵੀ ਆਪਾਂ ਟੌਪਿਕ ਤਾਂ ਕਿਤੇ ਨੈਸ਼ਨਲ ਲੈਵਲ ਦੀ ਗੱਲ ਕਰਦੇ ਆ। ਸਰ, ਟੌਪਿਕ ਇਹ ਹੈ ਕਿ ਜਦੋਂ ਅਕਾਲੀਆਂ ਵਿੱਚ ਜਿਹੜਾ ਇਹ ਦੋ ਉਹਨਾਂ ਦੀ ਅਪਾਰਟਮੈਂਟ ਆ, ਇਹ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਰਿਫਲੈਕਟਸ ਵੀਕਨੈਸ ਔਰ ਲੈਕ ਆਫ ਕੌਨਫੀਡੈਂਸ ਵਿਦਿਨ ਸੀਐਮ ਕੈਂਪ? ਨਹੀਂ, ਡੈਫੀਨੇਟਲੀ ਇਹ ਤਾਂ ਮੈਂ ਤਾਂ ਇਹ ਕਿਹਾ ਵੀ ਮੈਨੂੰ ਤਾਂ ਐਂ ਵੀ ਲੱਗਦਾ ਵੀ ਅਸੀਂ ਉਸ ਕੈਂਪ 'ਚ ਰਹਿਣ ਲਈ ਇਹਨਾਂ ਦੀ, ਮੈਨੂੰ ਤਾਂ ਉਹ ਐਮਐਲਏਜ਼ ਦੀ ਵੀ ਕਹਿ ਲਓ ਕਿ ਕਦੀ ਤਰਸ ਆਉਂਦਾ ਹੈਗਾ ਕਿ ਥਾਟ ਪ੍ਰੋਸੈਸ ਨੂੰ ਚੇਂਜ ਕਰੋ। ਆਪਾਂ ਨੂੰ ਉਸ ਲੈਵਲ ਦੀ ਜੌਬ ਚਾਹੀਦੀ ਆ, ਉਸ ਲੈਵਲ ਤੇ ਬੇਸਿਕਲੀ ਆਪਾਂ ਕੀ ਕਰਨਾ ਚਾਹੁੰਦੇ ਆ। ਨਹੀਂ, ਪਰ ਇੱਕ ਦੱਸੋ ਵੀ ਇਹੀ ਪ੍ਰੈਸੀਡੈਂਟ ਇਹ ਪਹਿਲਾਂ ਨਹੀਂ ਹੋਇਆ, ਇਸੇ ਹੀ ਤਰ੍ਹਾਂ ਸੇਮ ਪੈਰਾਮੀਟਰ, ਸੇਮ ਸਾਰਾ ਕੁਝ ਰਵਨੀਤ ਬਿੱਟੂ ਦੇ ਭਰਾ ਨੂੰ ਡੀਐਸਪੀ ਭਰਤੀ ਕੀਤਾ ਹੈ, ਤਾਂ ਫਿਰ ਚਲੋ ਛੋਟੀਆਂ ਪੋਸਟਾਂ। ਮੈਂ ਤਾਂ ਕਹਿਣ ਡਿਆ ਵੀ ਜਿਹੜਾ ਵੀ ਕੋਈ ਪੋਲੀਟੀਕਲ ਬੰਦਾ ਹੈਗਾ, ਚਾਹੇ ਉਹ ਰਵਨੀਤ ਬਿੱਟੂ ਹੋਵੇ, ਚਾਹੇ ਕੋਈ ਪ੍ਰਗਟ ਸਿੰਘ ਦਾ ਮੁੰਡਾ ਕਿਉਂ ਨਾ ਹੋਵੇ, ਜਿਹੜੇ ਪੈਰਾਮੀਟਰਸ ਆ ਉਹ ਜਿਹੇ ਹੋਣੇ ਚਾਹੀਦੇ ਆ।
ਹੁਣ ਆ ਦੋਵਾਂ ਵਾਰੀ ਰੌਲਾ ਪੈ ਗਿਆ। ਰਵਨੀਤ ਬਿੱਟੂ ਵਾਲੇ ਡੀਐਸਪੀ ਉਹਦੇ ਭਰਾ ਨੂੰ ਬਣਾਇਆ, ਆਹੀ ਗਰਾਊਂਡ ਯੂਜ਼ ਕੀਤੀ ਗਈ ਆ, ਆਹੀ ਪ੍ਰੋਸੀਜਰ ਬਣਾਇਆ ਗਿਆ, ਸਟੇਟ ਤੋਂ ਪਾਸ ਕੀਤਾ ਗਿਆ, ਰਾਦਰ ਨੂੰ ਡੀਐਸਪੀ ਬਣਾਇਆ ਗਿਆ। there has been little opposition to him. Do you think that was also wrong? ਨਹੀਂ, ਮੇਰਾ ਖਿਆਲ ਹੈ ਵੀ ਉਹ ਵੀ ਗਲਤ ਗੱਲ ਹੈਗੀ, ਕਿਉਂ ਨਹੀਂ ਹੈਗੀ, ਕਿਉਂਕਿ ਪੈਰਾਮੀਟਰਸ ਤਾਂ ਸਾਰਿਆਂ ਲਈ ਸੇਮ ਹੋਣੇ ਚਾਹੀਦੇ ਆ। ਇੱਕ ਗੱਲ ਇਹ ਦੱਸੋ, ਐਸੇ ਰਿਲੇਟਡ ਹੈ ਕਿ ਜਦੋਂ ਜਦੋਂ ਤੁਸੀਂ ਆਵਾਜ਼ ਚੁੱਕਦੇ ਹੋ, ਤੁਸੀਂ ਪਿੱਛੇ ਵੀ ਕਿਹਾ ਸੀ ਕਿ ਮੇਰੇ ਮਗਰ ਵਿਜੀਲੈਂਸ ਤੇ ਇੰਟੈਲੀਜੈਂਸ ਲਾਈ ਹੋਈ ਕੈਪਟਨ, ਉਹ ਕਿੱਥੇ ਰਹਿ ਗਈ ਜੀ? ਲੱਗੇ ਸ਼ੱਕ ਉਹ ਤਾਂ ਤੁਸੀਂ ਕਿਤੇ ਪੁੱਛ ਲਿਓ, ਤੁਹਾਨੂੰ ਵੀ ਕਿਤੇ ਸਾਨੂੰ ਤਾਂ ਮਿਲਦੇ ਹੀ ਨਹੀਂ ਜੀ, ਗੱਲ ਮੈਨੂੰ ਵੀ ਮਿਲਦੇ ਤਾਂ ਮੈਨੂੰ ਵੀ ਹੈ ਨਹੀਂ, ਹਾਂਜੀ ਮਿਲਦੇ ਤਾਂ ਮੈਨੂੰ ਵੀ ਹੈ ਨਹੀਂ। ਇਹ ਹੁਣ ਕੀ ਮਤਲਬ ਨਿਕਲ ਗਈ ਘੇਰੇ ਚੋਂ ਕਿ ਹਜੇ ਲੱਗੇ ਸ਼ੱਕੇ? ਨਹੀਂ, ਮੈਂ ਤਾਂ ਦੇਖੋ, ਮੈਂ ਤਾਂ ਓਪਨਲੀ ਕਹਿਣਾ ਕਿ ਜੇ ਕਿਸੇ ਨੂੰ ਕੋਈ ਡਾਊਟ ਹੈਗਾ, ਜੇ ਕਿਸੇ ਨੂੰ ਕੋਈ ਸ਼ੱਕ ਹੈਗਾ, ਜੇ ਕਿਸੇ ਕੋਲ ਕੋਈ ਡਾਕੂਮੈਂਟ ਹੈਗਾ, ਤੇ ਮੇਰੀ ਇਨਵੈਸਟੀਗੇਸ਼ਨ ਸਭ ਤੋਂ ਪਹਿਲਾਂ ਕਰੋ। ਮੈਂ ਕਦੋਂ ਨਹੀਂ ਕਹਿੰਦਾ, ਤੇ ਫਿਰ ਮੈਂ ਤਾਂ ਇਹੀ ਕਹਿ ਸਕਦਾ। ਹੁਣ ਕੀ ਲੱਗਦਾ ਵੀ ਉਹ ਤੁਹਾਡੇ ਦਮਕੇ ਤੋਂ ਬਾਅਦ ਪਿੱਛੇ ਹੋਏ ਕਿ ਹਜੇ ਲੱਗੇ? ਇਹ ਤਾਂ ਤੁਹਾਨੂੰ ਸੁਰਿੰਦਰ ਜੀ, ਤੁਹਾਨੂੰ ਪਤਾ ਹੋਊਗਾ, ਮੈਨੂੰ ਤਾਂ ਹੁਣ ਇਹਦੇ ਬਾਰੇ ਵੀ ਇਨਪੁਟ ਤਾਂ ਮਿਲਦਾ ਹੀ ਹੈ ਜੀ। ਇਨਪੁਟ ਮੈਂ ਤਾਂ ਜੋ ਫੀਲ ਕਰਦਾ, ਜੋ ਮਹਿਸੂਸ ਕਰ ਦਿੰਦਾ, ਉਹ ਕਹਿ ਦਿੰਦਾ ਕਿ ਮੈਨੂੰ ਆਹ ਲੱਗਦਾ ਹੈਗਾ। ਤੇ ਕਿਉਂਕਿ ਜੇ ਪਹਿਲਾਂ ਵੀ ਸ਼ੁਰੂਆਤ ਦੇ ਵਿੱਚ ਜੋ ਹੋਇਆ ਜਾਂ ਉਦੋਂ ਵੀ ਪਹਿਲਾਂ ਹੋਇਆ, ਉਹ ਮੈਂ ਤਾਂ ਕਨਵੇ ਕਰ ਦਿੰਦਾ। But the CM has said he believes in trust and transparency. ਉਹਨਾਂ ਨੇ ਕਿਹਾ ਵੀ ਇਦਾਂ ਦੀ ਕੋਈ, ਜਿੱਦਾਂ ਤੁਸੀਂ ਪਹਿਲਾਂ ਐਲੀਗੇਸ਼ਨ ਲਾਇਆ ਸੀ, ਉਹਨਾਂ ਨੇ ਕਿਹਾ ਇਦਾਂ ਦੀ ਕੋਈ ਗੱਲ ਹੀ ਨਹੀਂ, ਉਹਨਾਂ ਨੇ ਸਾਫ਼ ਕਹਿਤਾ ਸੀ। ਐਕਚੁਅਲੀ What is your take on that? Do you believe? Do you agree? ਐਕਚੁਅਲੀ